बिस्मिल्लाहिर्रहमानिर्रहीम अस्सलाम वालेकुम सब दोस्त भाई ਜ਼ਿਮੀਦਾਰਾਂ ਨੂੰ। ਮੈਂ ਆਸਫ ਰਜ਼ਾ, ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਐਗਰੀ ਐਕਸਪਰਟ ਦੇ ਨਾਲ। ਤੇ ਦੋਸਤਾਂ ਨਾਲ ਅੱਜ ਇੱਕ ਨਵੇਂ ਟੌਪਿਕ ਤੇ ਡਿਸਕਸ ਕਰਾਂਗੇ। ਇੱਕ ਐਸਾ ਟੌਪਿਕ ਲੈ ਕੇ ਆਏ ਹਾਂ ਜਿਹੜਾ ਸਾਡੇ ਦੋਸਤ ਜਨੂਬੀ ਪੰਜਾਬ ਦੇ ਇਲਾਕੇ ਤਾਲੁਕ ਰੱਖਦੇ ਨੇ ਜਾਂ ਹੋਰ ਵੀ ਕਈਆਂ ਇਲਾਕਿਆਂ 'ਚ ਹੁੰਦੀ ਹੋਏਗੀ ਅੰਬ ਦੀ ਕਾਸ਼ਤ। ਅੰਬ ਦੇ ਬਾਗਾਤ ਦੇ ਦੋਸਤ, ਅੰਬਾਂ ਦੇ ਸ਼ੌਕੀਨ ਹਜ਼ਰਾਤ ਜਿਹੜੇ ਉਸ ਦੀ ਫੀਲਡ ਨੂੰ, ਉਸ ਦਾ ਕਾਰੋਬਾਰ ਨੂੰ ਬੜੇ ਅਹਿਸਨ ਤਰੀਕੇ ਨਾਲ ਕਰਨਾ ਚਾਹੁੰਦੇ ਨੇ। ਅੱਜ ਉਹਨਾਂ ਵਾਸਤੇ ਇੱਕ ਖਸੂਸੀ ਮੈਸੇਜ, ਖਸੂਸੀ ਟੌਪਿਕ, ਖਸੂਸੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਕਿ ਅੰਬ ਦੇ ਪੌਦੇ ਤੇ ਆਉਣ ਵਾਲੀਆਂ ਬਿਮਾਰੀਆਂ, ਉਹਦਾ ਬੂਰ ਔਰ ਉਸ ਦੀ ਜਦੋਂ ਛੋਟੀ ਜਿਹੀ ਅੰਬੀ ਬਣ ਜਾਂਦੀ ਹੈ, ਉਸ ਦਾ ਕੇਰਾ, ਬਾਕੀ ਹੋਰ ਮਜ਼ੀਦ ਬਿਮਾਰੀਆਂ, ਉਹਨੂੰ ਅਸੀਂ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ, ਕਿਸ ਤਰ੍ਹਾਂ ਅਸੀਂ ਆਪਣੇ ਪੌਦੇ ਨੂੰ ਅਸ਼ਾਸ਼-ਵਿਸ਼ਾਸ਼ ਰੱਖਣਾ ਹੈ, ਜ਼ਿਆਦਾ ਪੈਦਾਵਾਰ ਲੈਣੀ। ਅਸੀਂ ਅੱਜ ਖਸੂਸੀ ਦਾਵਤ ਦਿੱਤੀ ਹੈ ਜਨਾਬ ਕਮਰ ਅਬਾਸ ਜੱਟ ਸਾਹਿਬ ਨੂੰ, ਕਿਹੜੇ ਐਕਸਪਰਟ ਨੇ ਇਸ ਮਾਮਲੇ ਦੇ। ਉਹ ਦੱਸਣਗੇ ਦੋਸਤਾਂ ਨੂੰ ਕਿ ਉਹ ਕਿਹੜੀਆਂ-ਕਿਹੜੀਆਂ ਪੈਸਟੀਸਾਈਡ ਦਵਾਈਆਂ ਜਾਂ ਉਹਨਾਂ ਦਾ ਮਜ਼ੀਦ ਇਸ ਤੋਂ ਲੇਟੈਸਟ ਹੱਲ ਲੈ ਕੇ ਆਏ ਨੇ, ਤੋਂ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਇਹਨਾਂ ਬਿਮਾਰੀਆਂ ਨੂੰ। ਅਸੀਂ ਦਾਵਤ ਦਿੰਦੇ ਹਾਂ ਜਨਾਬ ਕਮਰ ਅਬਾਸ ਜੱਟ ਸਾਹਿਬ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਬਹੁਤ ਸ਼ੁਕਰੀਆ ਆਸਫ ਸਾਹਿਬ। ਅੱਛਾ ਜੀ, ਜਿਹੜਾ ਅੰਬ ਦਾ ਪਹਿਲੀ ਗੱਲ ਕਿ ਬੂਰ ਜਿਹੜਾ ਗਿਰਦਾ ਬਹੁਤ ਜ਼ਿਆਦਾ, ਉਹਦੇ 'ਚ ਸਭ ਤੋਂ ਪਹਿਲਾਂ ਜਿਹੜਾ ਮੇਨ ਇਸ਼ੂ ਆਉਂਦਾ ਉਹ ਮੌਸਮੀ ਦਬਾਅ ਦਾ ਹੈ। ਕਿਉਂਕਿ ਮੌਸਮੀ ਦਬਾਅ ਇਸ ਤਰ੍ਹਾਂ ਕਿ ਅਗਰ ਜਿਸ ਟਾਈਮ ਤੁਸੀਂ ਦੇਖੋ ਕਿ ਬੂਰ ਚੁੱਕ ਰਹੇ ਹੁੰਦੇ ਸਾਡਾ ਅੰਬ ਦੇ ਬਾਗਾਤ, ਤੇ ਉਦੋਂ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੁੰਦੀ ਜਾਂ ਬਾਰਿਸ਼ਾਂ ਆ ਰਹੀਆਂ ਹੁੰਦੀਆਂ ਨੇ। ਔਰ ਜਦੋਂ ਵੀ ਹਵਾ ਚੱਲਦੀ ਜਾਂ ਬਾਰਿਸ਼ਾਂ ਆਉਂਦੀਆਂ ਨੇ ਤੇ ਅਕਸਰ ਬੂਰ ਗਿਰ ਜਾਂਦਾ, ਪੋਲੀਨੇਸ਼ਨ ਦਾ ਅਮਲ ਉਹਨਾਂ ਨਹੀਂ ਹੁੰਦਾ। ਤੇ ਪਹਿਲੀ ਵਜ੍ਹਾ ਤੇ ਇਹ ਹੁੰਦੀ ਕਿ ਸਾਡਾ ਫਲ ਉਹ ਘੱਟ ਚੁੱਕਦੇ ਨੇ ਪੌਦੇ। ਪਹਿਲਾ ਇਹ ਇਸ਼ੂ ਆ ਗਿਆ ਮੌਸਮੀ। ਅਗਰ ਦੂਸਰੇ ਇਸ਼ੂ ਤੇ ਅਸੀਂ ਗੱਲ ਕਰੀਏ, ਇੱਕ ਦੂਸਰਾ ਜਿਹੜਾ ਮੇਜਰ ਇਸ਼ੂ ਆਉਂਦਾ ਹੈ ਅੰਬ ਦੇ ਬਾਗਾਤ ਤੇ, ਉਹ ਆਉਂਦਾ ਹੈ ਸਾਡਾ ਜਿਹੜਾ ਹੈ ਨਾ ਬਿਮਾਰੀਆਂ। ਬਿਮਾਰੀਆਂ ਦੋ ਕਿਸਮ ਦੀਆਂ ਨੇ। ਉਹਦੇ 'ਚ ਪਹਿਲੀ ਬਿਮਾਰੀ ਦੀ ਅਗਰ ਤੁਸੀਂ ਕਿਸਮ ਦੇਖੋ ਤੇ ਉਹ ਨੇ ਹਸ਼ਰਾਤ, ਯਾਨੀ ਕੀੜੇ ਮਕੌੜੇ ਜਾਂ ਇਨਸੈਕਟਸ। ਕਿਉਂਕਿ ਅੰਬ ਦਾ ਜਿਹੜਾ ਪੌਦੇ ਨੇ ਇਹਨਾਂ ਤੇ ਖਾਸ ਕਿਸਮ ਦਾ ਹੋਪਰ ਆਉਂਦਾ, ਮੈਂਗੋ ਹੋਪਰ ਉਹਨੂੰ ਕਿਹਾ ਜਾਂਦਾ ਹੈ। ਯਾਨੀ ਇਹਦਾ ਬੋਰਰ ਏ, ਹੋਪਰ ਵੀ ਇਹ ਹੋਪਰ ਹੈਚ ਕਰਦਾ ਹੈ, ਅੰਡੇ ਦਿੰਦਾ, ਉਹਦੇ ਨਾਲ ਇੱਕ ਕੀੜਾ ਪੈ ਜਾਂਦਾ ਹੈ। ਉਹਦੇ ਨਾਲ ਬਹੁਤ ਜ਼ਿਆਦਾ ਇੱਕ ਛੋਟਾ ਅੰਬ ਵੀ ਖਰਾਬ ਹੁੰਦਾ ਔਰ ਬੂਰ ਵੀ ਬਹੁਤ ਜ਼ਿਆਦਾ ਖਰਾਬ ਹੁੰਦਾ ਹੈ। ਤੇ ਪਹਿਲਾ ਇਸ਼ੂ ਤੇ ਇਹ ਆ ਜਾਂਦਾ ਕੀੜਿਆਂ ਦੀ ਵਜ੍ਹਾ ਤੋਂ। ਔਰ ਦੂਸਰਾ ਇਸ ਤੋਂ ਇਲਾਵਾ ਅਗਰ ਅਗਦਰ ਦੇਖੀਏ, ਦੂਸਰੀ ਕਿਸਮਾਂ ਦੇਖੀਏ ਤੇ ਐਫਡ ਬਹੁਤ ਜ਼ਿਆਦਾ ਆਉਂਦੇ ਨੇ, ਤੇਲਾ ਬਹੁਤ ਜ਼ਿਆਦਾ ਆਉਂਦਾ ਅੰਬ ਤੇ, ਉਹ ਬਹੁਤ ਜ਼ਿਆਦਾ ਫਲ ਖਰਾਬ ਕਰ ਰਿਹਾ ਹੁੰਦਾ ਤੁਸੀਂ ਤੁਹਾਡਾ। ਔਰ ਇਹਨਾਂ ਤੋਂ ਇਲਾਵਾ ਅਗਰ ਕੀੜਿਆਂ ਤੋਂ ਇਲਾਵਾ ਅਸੀਂ ਅਗਰ ਗੱਲ ਕਰ ਲਈਏ ਤੇ ਆਉਂਦੇ ਨੇ ਝੁਲਸਾਓ ਦੇ ਬਿਮਾਰੀਆਂ ਬਹੁਤ ਜ਼ਿਆਦਾ। ਝੁਲਸਾਓ 'ਚ ਕੀ ਨੇ? ਮੂੰਹ ਸੜੀ ਦਾ ਮਸਲਾ, ਐਂਥਰਾਕਨੋਜ਼ ਜਿਹਨੂੰ ਕਿਹਾ ਜਾਂਦਾ ਹੈ। ਅੰਬ, ਛੋਟੇ ਅੰਬ ਤੇ ਅਕਸਰ ਦੇਖਿਆ ਜਾਂਦਾ ਕਿ ਗੋਲ ਰਿੰਗ ਦੀ ਸ਼ਕਲ ਦੇ, ਯਾਨੀ ਮੁੰਦਰੀ ਦੀ ਸ਼ਕਲ ਜਿਹਨੂੰ ਕਹਿ ਲਓ, ਉਹਦੀ ਸ਼ਕਲ 'ਚ ਨਿਸ਼ਾਨ ਆਉਂਦੇ ਨੇ ਅੰਬ ਦੇ ਫਲ ਤੇ ਬਹੁਤ ਜ਼ਿਆਦਾ। ਔਰ ਫਲ ਸੜ ਜਾਂਦਾ, ਜ਼ਾਇਆ ਹੋ ਜਾਂਦਾ, ਜਾਂ ਉਹਦੀ ਘੰਡੀ ਵਾਲੀ ਸਾਈਡ ਤੇ ਜਲਨ ਦੇ ਨਿਸ਼ਾਨ ਆਉਂਦੇ ਨੇ। ਇਹ ਮੂੰਹ ਸੜੀ ਦਾ ਮਸਲਾ ਹੈ। ਇਸ ਤੋਂ ਇਲਾਵਾ ਅਦਰ ਝੁਲਸਾਓ ਨੇ ਜਿੰਦੇ ਵਿੱਚ ਤੁਸੀਂ ਦੇਖਦੇ ਹੋ ਕਿ ਬਲਾਈਟ ਦਾ ਮਸਲਾ ਆ ਜਾਂਦਾ, ਫਲ ਤੇ ਛਿਦਰੀ ਵਗੈਰਾ ਆ ਜਾਂਦੀ ਹੈ, ਨਿਸ਼ਾਨ ਆ ਜਾਂਦੇ ਨੇ ਜਲਨ ਦੇ। ਤੇ ਇਹ 2-3 ਬਿਮਾਰੀਆਂ ਨੇ ਝੁਲਸਾਓ ਦੀਆਂ, ਯਾਨੀ ਇਹ ਜੋ 3 ਮੇਨ ਇਸ਼ੂ ਨੇ। ਔਰ ਚੌਥਾ ਜਿਹੜਾ ਮੇਜਰ ਇਸ਼ੂ ਹੈ ਅੰਬ ਦੇ ਬਾਗਾਤ ਤੇ, ਦੇਖੀਏ ਕਿ ਫਲ ਘੱਟ ਜਾਂਦਾ ਹੈ ਜਾਂ ਫਲ ਜ਼ਾਇਆ ਹੋ ਰਿਹਾ ਹੁੰਦਾ ਹੈ ਜਾਂ ਗਿਰ ਰਿਹਾ ਹੁੰਦਾ ਹੈ, ਉਹ ਹੈ ਖੁਰਾਕ ਦੀ ਕਮੀ। ਖੁਰਾਕ ਦੀ ਕਮੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ, ਕਿਉਂਕਿ ਦੇਖੀਏ ਅਸੀਂ ਅਗਰ ਜਨੂਬੀ ਪੰਜਾਬ ਦੇ ਏਰੀਆ 'ਚ ਕਿਉਂਕਿ ਇਹ ਫਸਲ ਹੁੰਦੀ ਹੈ ਅੰਬ ਦੀ, ਔਰ ਜਨੂਬੀ ਪੰਜਾਬ ਦੀ ਜ਼ਮੀਨਾਂ ਵਿੱਚ ਅਗਰ ਦੇਖੀਏ ਤਾਂ ਜ਼ਿੰਕ ਔਰ ਬੋਰਾਨ ਦੀ ਬਹੁਤ ਜ਼ਿਆਦਾ ਕਮੀ, ਔਰ ਪੋਟਾਸ਼ ਦੀ, ਕੈਲਸ਼ੀਅਮ ਬਹੁਤ ਜ਼ਿਆਦਾ ਹੈ। 4 ਮੇਨ ਖਾਦਾਂ ਨੇ ਜਿਹੜੇ ਅੰਬ ਦੀ ਫਲ ਲਈ ਬਹੁਤ ਜ਼ਰੂਰੀ ਨੇ: ਜ਼ਿੰਕ, ਬੋਰਾਨ, ਕੈਲਸ਼ੀਅਮ ਔਰ ਪੋਟਾਸ਼। 3 ਚੀਜ਼ਾਂ ਦੀ ਕਮੀ ਹੈ ਔਰ ਇੱਕ ਬਹੁਤ ਜ਼ਿਆਦਾ। ਕੈਲਸ਼ੀਅਮ ਬਹੁਤ ਜ਼ਿਆਦਾ ਹੈ ਸਾਡੀ ਜ਼ਮੀਨਾਂ 'ਚ, ਲੇਕਿਨ ਅਗਰ ਦੇਖੀਏ ਜ਼ਿੰਕ, ਬੋਰਾਨ ਔਰ ਪੋਟਾਸ਼, ਇਹ 3 ਚੀਜ਼ਾਂ ਦੀ ਬਹੁਤ ਜ਼ਿਆਦਾ ਕਮੀ ਹੈ। ਔਰ ਕੋਸ਼ਿਸ਼ ਕਰੋ ਕਿ ਜਦੋਂ ਵੀ ਤੁਹਾਡਾ ਬਾਗਾਤ ਨੇ, ਅੰਬ ਦੇ ਬਾਗਾਤ ਨੇ, ਉਹ ਫਲ ਚੁੱਕ ਰਹੇ ਹੁੰਦੇ ਨੇ, ਉਦੋਂ ਕੋਸ਼ਿਸ਼ ਕਰਿਆ ਕਰੋ ਇਹ 3 ਚੀਜ਼ਾਂ ਜਿਹੜੀਆਂ ਨੇ ਉਹ ਜ਼ਮੀਨ ਨੂੰ ਆਪਣੀ ਨੂੰ ਅਪਲਾਈ ਕਰ ਦਿਓ, ਲਗਾ ਦਿਓ, ਤਾਂ ਕਿ ਜਿਹੜਾ ਬਾਅਦ ਤੋਂ ਕਿਰਨ ਦਾ ਮਾਮਲਾ ਹੈ, ਉਹ ਕਿਰਨ ਦਾ ਮਾਮਲਾ ਤੁਹਾਡਾ ਨਾ ਆ ਸਕੇ। ਔਰ ਇਹ ਮਿਲਾ ਦਿਓ। ਔਰ ਅਗਰ ਤੁਸੀਂ ਕੈਲਸ਼ੀਅਮ ਨੂੰ ਇਫੈਕਟਿਵ ਬਣਾਉਣਾ ਜਿਹੜਾ ਤੁਹਾਡੀ ਜ਼ਮੀਨ 'ਚ ਬਹੁਤ ਜ਼ਿਆਦਾ ਮੌਜੂਦ ਹੈ, ਉਹਦੇ ਲਈ ਬਿਹਤਰ ਹੈ ਕਿ ਤੁਸੀਂ ਨਾਲ 1 ਜਾਂ 2 ਕੇਜੀ ਸਲਫਰ ਵੀ ਮਿਲਾਓ, ਕੋਈ 8 ਤੋਂ 10 ਬੂਟਿਆਂ ਨੂੰ। ਅਗਰ ਇਹ ਚੀਜ਼ ਮਿਲਾ ਲੈਂਦੇ ਹੋ, ਉਹਦੇ ਨਾਲ ਤੁਹਾਡਾ ਕੈਲਸ਼ੀਅਮ ਵੀ ਬਹੁਤ ਜ਼ਿਆਦਾ ਅਵੇਲੇਬਲ ਹੋ ਜਾਂਦਾ ਹੈ। ਇਹ ਤੇ ਮਾਮਲਾ ਆ ਗਿਆ ਏ। ਹੁਣ ਅਗਰ ਮੈਂ ਪਹਿਲੀ 2 ਜਿਹੜੀ ਬਿਮਾਰੀਆਂ ਦੀ ਗੱਲ ਕਰ ਗਿਆ ਇਨਸੈਕਟੀਸਾਈਡਸ ਦੀ, ਕਿ ਜਿਹੜੇ ਕੀੜੇ ਆਉਂਦੇ ਨੇ, ਉਹ ਕੀੜਿਆਂ ਲਈ ਸਭ ਤੋਂ ਬਿਹਤਰੀਨ ਜ਼ਹਿਰ ਕਿਹੜੀ ਹੈ? ਤੈਨੂੰ ਅਕਸਰ ਜ਼ਹਿਰ ਮਿਲ ਜਾਂਦੀਆਂ ਨੇ ਕੋਰਲ ਦੇ ਨਾਂ ਤੋਂ, ਨਾਈਟਨ ਅੰਪਾਇਰਮ। ਇਹ ਜ਼ਹਿਰ ਮਿਲ ਜਾਂਦੀ, ਇਹਦੀ ਸਪਰੇਅ ਕਰੋ। ਨਾਈਟਨ ਅੰਪਾਇਰਮ ਦੀ ਸਪਰੇਅ ਜਦੋਂ ਵੀ ਕਰੋਗੇ, ਤੁਹਾਡੇ ਕੀੜਿਆਂ ਦਾ ਜਿੰਨਾ ਵੀ ਇਫੈਕਟ ਹੈ, ਜਿੰਨੇ ਵੀ ਹਸ਼ਰਾਤ ਉੱਪਰ ਅਟੈਕ ਕਰਦੇ ਨੇ ਜਾਂ ਮੈਂਗੋ ਹੋਪਰ ਹੈ, ਉਹਦਾ ਨੁਕਸਾਨ ਨਹੀਂ ਹੁੰਦਾ। ਔਰ ਅਗਰ ਤੁਸੀਂ ਖੁਰਾਕ ਦੀ ਗੱਲ ਕਰਦੇ ਹੋ, ਖੁਰਾਕ ਵਿੱਚ ਤੁਹਾਡੇ ਕੋਲ ਇਹ ਚੀਜ਼ ਪਈ ਆ, ਅਮਾਈਨੋ ਐਸਿਡਸ ਨੇ, NPK ਨੇ, ਜਿਹਦੇ 'ਚ ਪੋਟਾਸ਼ ਵਗੈਰਾ, ਤੁਹਾਨੂੰ ਫਾਸਫੋਰਸ ਵਗੈਰਾ ਮਿਲ ਜਾਂਦੀਆਂ। ਇਹ ਚੀਜ਼ਾਂ ਕਰੋ, ਉਹਦੇ ਨਾਲ ਤੁਹਾਡਾ ਜਿਹੜਾ ਫਰੂਟ ਦਾ ਘੇਰਾ ਹੈ ਉਹ ਬਹੁਤ ਜ਼ਿਆਦਾ ਘੱਟ ਜਾਂਦਾ ਹੈ। ਇਹ ਚੀਜ਼ਾਂ ਆ ਗਈਆਂ। ਉਸ ਤੋਂ ਇਲਾਵਾ ਜਿਹੜਾ ਫੰਗਲ ਅਟੈਕ ਨੇ, ਫੰਗਲ ਅਟੈਕ ਲਈ ਤੁਹਾਨੂੰ ਜ਼ਹਿਰ ਮਿਲਦੀ ਹੈ, ਟਿਊਬੀਕੋਨਾਜ਼ੋਲ ਮਿਲ ਜਾਂਦੀ ਹੈ ਜਾਂ ਕਲੋਰੋਥੈਲਨਲ।
ਇਹ 2-3 ਜ਼ਹਿਰਾਂ ਮੁਖਤਲਿਫ ਕੰਪਨੀਆਂ ਦੇ ਰਹੀਆਂ ਨੇ, ਉਹਨਾਂ ਨੂੰ ਤੁਸੀਂ ਮਿਲਾ ਕੇ ਸਪਰੇਅ ਕਰਵਾ ਦਿਓ ਤਾਂ ਕਿ ਜਿਹੜਾ ਤੁਹਾਡਾ ਮੂੰਹ ਸੜੀ ਦਾ ਮਾਮਲਾ ਹੈ ਜਾਂ ਬਲਾਈਟ ਦਾ ਮਾਮਲਾ ਹੈ ਅੰਬ ਦੇ ਬਗਾਅ ਤੇ ਉਹ ਨਾ ਆ ਸਕੇ। ਇਹ ਚੰਦ ਇੱਕ ਚੀਜ਼ਾਂ ਸੀ ਅੰਬ ਦੇ ਬਗਾਅ ਤੇ ਜਿਹੜਾ ਮਸਲੇ ਆਉਂਦੇ ਨੇ। ਆਸਾ ਸਾਹਿਬ ਕਹਿਣ ਕਿ ਜਿਹੜੀ ਅੰਬੀ ਗਿਰ ਜਾਂਦੀ ਹੈ, ਕੱਟ ਲੱਗ ਜਾਂਦਾ ਹੈ, ਉਹ ਬੇਸਿਕਲੀ ਸਭ ਤੋਂ ਹੁੰਦਾ ਕੀ ਹੈ ਕਿ ਜਿਹੜਾ ਕੰਡੀ ਵਾਲੀ ਸਾਈਡ ਤੇ ਜਲਨ ਦਾ ਨਿਸ਼ਾਨ ਆਉਂਦਾ ਹੈ, ਉਹ ਬੇਸਿਕਲੀ ਮੂੰਹ ਸੜੀ ਦੀ ਹੀ ਮੋਡੀਫਾਈਡ ਫਾਰਮ ਹੈ। ਮੂੰਹ ਸੜੀ ਅਗਰ ਕੰਡੀ ਵਾਲੀ ਸਾਈਡ ਤੇ ਆਏਗੀ ਤੇ ਉਹ ਉੱਥੋਂ ਅੰਬ ਗਿਰ ਜਾਂਦਾ ਹੈ, ਉਹ ਉਹਦਾ ਵਜ਼ਨ ਕਾਇਮ ਨਹੀਂ ਰੱਖ ਸਕਦਾ ਜਾਂ ਉਹਦਾ ਤਣਾ ਗਲ ਜਾਂਦਾ। ਔਰ ਇੱਕ ਹੋਰ ਮੇਜਰ ਇਸ਼ੂ ਹੈ ਜੀ ਪਾਊਡਰੀ ਦਾ, ਸਫੈਦ ਪਾਊਡਰੀ ਜਾਂ ਡਾਊਨੀ ਦੀ ਮੋਡੀਫਾਈਡ ਫਾਰਮ ਹੈ। ਡਾਊਨੀ ਇੱਕ ਡਾਊਨੀ ਮਿਲਦੀ ਹੁੰਦੀ, ਇੱਕ ਪਾਊਡਰੀ ਮਿਲਦੀ। ਅਗਰ ਫਫੂੰਦ ਲੱਗ ਰਿਹਾ ਤੁਹਾਡੇ ਹੱਥ ਤੇ ਪਾਊਡਰੀ ਮਿਲਦੀ, ਉਹਦੇ ਲਈ ਜਿਹੜੀ ਬਿਹਤਰੀਨ ਜ਼ਹਿਰ ਤੁਹਾਨੂੰ ਮਾਰਕੀਟ 'ਚ ਮਿਲ ਜਾਂਦੀ ਉਹ ਟਿਊਬੀਕੋਨਾਜ਼ੋਲ ਹੈ। ਟਿਊਬੀਕੋਨਾਜ਼ੋਲ ਦੀ ਤੁਸੀਂ ਸਪਰੇਅ ਕੋਈ ਸੀਜ਼ਨ ਵਿੱਚ 2 ਤੋਂ 3 ਦਫਾ ਕਰ ਦਿਓ ਤਾਂ ਕਿ ਇਹ ਮਾਮਲਾ ਤੁਹਾਡਾ ਨਾ ਆ ਸਕੇ। ਜੀ ਇਹ ਚੰਦ ਇੱਕ ਚੀਜ਼ਾਂ ਸੀ ਅੰਬ ਦੇ ਬਗਾਅ ਦੇ ਮੁਤਲਕ, ਇਹ ਤੁਸੀਂ ਅਪਲਾਈ ਕਰੋ, ਬਿਹਤਰੀਨ ਰਿਜ਼ਲਟ ਆਉਣਗੇ। ਜਜ਼ਾਕ ਅੱਲਾ।